के करह आन की आस। तीन नर दूज की जाएंगे सत पाख रविदास। कल कल वाली काम मद मनुआ पीवण हार। कल कल वाली काम मद मनुआ पीवण हार। क्रोध कटोरी मोह परी पीलावा अहंकार। मजलस कूड़ा लब के पी पी हुई खुआर। मजलस कूड़ा लब के पी पी हुई खुआर। करणी लाहणौ सत गुड़ा सच सरा कर सार। गुण मंडे कर सील कीऊ खाना मास आहार। नानक गुरमुख पाईऐ खादी जाहे बेकार। नानक गुरमुख पाईऐ खादी जाहे बेकार। जपो जी सतनाम सदा सतनाम। परम सन्मानयोग सतगुरां दी साजी ते निवाडी आदरणीय सत्कारयोग साध संगत जी, जय गुरुदेव। धन गुरुदेव जय सतगुरु रविदास जी, धन सतगुरु रविदास जी। आदरणीय सत्कारयोग साध संगत जी, धन भागी हो। उदासी डेरा संत बाबा टहलदास जी सिलम टाबरी लुधियाना विखे सतसंग दीआं घड़ियां सफल करते हुए साध संगत जी सद बलिहारी तिन्हां दी सुणती हर कथा। पूरे ते प्रधान निभावें प्रभ मथा। हर जस लिखें बेअंत सोहें सी हथा। संतां संग उधार सगला दुख लथा। साध संगत जी टहल संतन की संग साधु का। अकाल पुरख परम पिता परमेश्वर दी मेहर सदका साध संगत जी सतगुरु दी चरणों की संगत नसीब हुई। साध संगत जी स्वासां रूपी पूंजी नूं कीमती बना रहे हो। हिरदा नाम वसायो घर बैठे गुरु ते आयो। हिरदे दे अंदर परम पिता परमात्मा प्रभु दी नाम का रस प्राप्त कर रहे हो। हिरदे रूपी घर दे अंदर स्वरूप दे अंदर थां प्राप्त होया है। सासंग जी प्रभ की उस्तत करू संत मीत सावधान एकाग्र चित। एकाग्र चित हो करके सतगुरां दा आशीर्वाद प्राप्त कर रहे हो। साध संगत जी अज दा पावन शब्द साध संगत जी धन धन साहिब श्री गुरु ग्रंथ साहिब महाराज दी अंग 553 ते सुभाईमान है। साध संगत जी साहिब सतगुरु नानक देव पातशाह जी की अनन शेष साध संगत जी भाई मरदाना जी जिन्होंने माण प्राप्त होया है। इतिहास के अंदर वो हक नानक छाप सिर्फ गुरु नानक पातशाह जी की गुरगद्दी विराजमान गुरु साहबान प्राप्त होया है।
ਉਹ ਮਾਣ ਤੇ ਉਹ ਹੱਕ ਭਾਈ ਮਰਦਾਨਾ ਜੀ ਪ੍ਰਾਪਤ ਕਰਦੇ ਹੋਏ ਸਾਧ ਸੰਗਤ ਦੀ ਬਿਹਾਗੜੇ ਦੀ ਵਾਰ ਦੇ ਅੰਦਰ 3 ਸਲੋਕ ਮਰਦਾਨਾ ਪਹਿਲਾ ਸਿੱਖ ਤੇ ਸਾਧ ਸੰਗਤ ਦੀ ਅਨੰਨ ਸਿੱਖ ਜਿਸ ਨੂੰ ਮਾਣ ਪ੍ਰਾਪਤ ਹੋਇਆ ਹੈ ਨਾਨਕ ਨਾਮ ਛਾਪ ਦੇ ਅੰਦਰ 3 ਸਲੋਕ ਉਚਾਰਨ ਕੀਤੇ ਗਏ ਨੇ। ਸਾਧ ਸੰਗਤ ਦੀ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਗਿਆ ਸ਼ਬਦ ਆਪਾਂ ਸਰਵਣ ਕੀਤਾ ਹੈ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪੂਰਾ ਜੀਵਨ ਸਾਧ ਸੰਗਤ ਦੀ ਗੁਜ਼ਾਰਿਆ ਹੈ। ਤੇ ਸਾਸੀ ਜਦੋਂ ਭਾਈ ਮਰਦਾਨਾ ਜੀ ਦੇ ਜੀਵਨ ਨੂੰ ਵਿਚਾਰਦੇ ਹਾਂ, ਉਹ ਮਰਦ ਅਗੰਬੜਾ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਬਚਨ ਜਿਨ ਕੀ ਜਾਤ ਗੋਤ ਕੁਲ ਮਾਹੀ ਸਰਦਾਰੀ ਨਾ ਭਈ ਕਿਤਾਹੀ ਤਿਨਹੀ ਕੋ ਸਰਦਾਰ ਸਦਾਉ ਤਬੈ ਗੋਬਿੰਦ ਸਿੰਘ ਨਾਮ ਸਦਾਉ। ਤੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦੇ ਬਚਨ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ ਜਿੱਥੇ ਨੀ ਸੰਭਾਲਣ ਤੱਥੈ ਨਦਰ ਤੇਰੀ ਬਖਸ਼ੀਸ। ਪਾਤਸ਼ਾਹ ਜਿੱਥੇ ਬੈਠ ਕੇ ਤੂੰ ਆਪਣੇ ਪਿਆਰਿਆਂ ਦੀ ਸੰਭਾਲ ਕਰਦਾ ਹੀ ਤਿੱਥੇ ਨਜ਼ਰ ਤੇਰੀਆਂ ਬਖਸ਼ਿਸ਼ਾਂ ਤੇ ਨਜ਼ਰੀ ਰਹਿਮਤ ਹੋਇਆ ਕਰਦੀ। ਤੇ ਅੱਜ ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਜੀਵਨ ਦੇ ਸਾਸੰਗ ਦੇ ਵਿਚਾਰਾਂ ਦੀ ਸਾਂਝ ਪਾ ਰਹੇ ਹਾਂ। ਭਾਈ ਮਰਦਾਨਾ ਜੀ ਜਿਨ੍ਹਾਂ ਵਾਸਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬਚਨ ਹਨ, ਸੋਈ ਮਰਦ ਮਰਦਾਨਾ ਜਾ ਕੋ ਮਿਹਰਵਾਨਾ ਜਾ ਕੋ ਮਿਹਰਵਾਨਾ ਸੋਈ ਮਰਦ ਮਰਦਾਨਾ। ਉਹੀ ਮਰਦ ਮਰਦਾਨਾ ਜਿਨ੍ਹਾਂ ਉੱਤੇ ਸਤਿਗੁਰ ਦੀ ਨਦਰੀ ਰਹਿਮਤ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਜਿਨ੍ਹਾਂ ਨੇ ਮਨਸਾ ਕਰ ਸਿਮਰੰਤ ਤੁਜੈ ਨਰ ਕਾਮ ਕ੍ਰੋਧ ਮਿਟਿਉ ਜੂ ਖਿਣਨ, ਜਿਨ੍ਹਾਂ ਨੇ ਮਨ ਕਰਕੇ ਸਿਮਰਿਆ ਈ ਸਤਿਗੁਰ ਦੀ ਸ਼ਬਦ ਨੂੰ ਸਵਾਸ ਸਵਾਸ ਜਪਿਆ ਈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਖਿਨ ਪਨ ਵਿੱਚ ਖਿਨ ਸਮੇਂ ਦੇ ਅੰਦਰ ਪਲ ਝਪਕਦਿਆਂ ਸਾਧ ਸੰਗ ਦੀ ਨਾਸ਼ ਹੋ ਗਏ ਨੇ। ਮਨਸਾ ਕਰ ਸਿਮਰੰਤ ਤੁਜੈ ਨਰ ਕਾਮ ਕ੍ਰੋਧ ਮਿਟਿਉ ਡਿਉ ਖਿਣੰ ਬਾਚਾ ਕਰ ਸਿਮਰੰਤ ਤੁਜੈ, ਜਿਨ੍ਹਾਂ ਨੇ ਪਰਮੇਸ਼ਰ ਤੇਰੇ ਬਚਨਾਂ ਨੂੰ ਹਿਰਦੇ ਵਿੱਚ ਵਸਾ ਕੇ ਸਿਮਰਿਆ ਏ। ਦੁੱਖ ਦਰਿਦਰ ਮਿਟਿਉ ਡਿਉ ਤਿਣੰ, ਉਹਨਾਂ ਦੇ ਦੁੱਖ ਦਰਿਦਰ ਖਿਨ ਪਰ ਵਿੱਚ ਨਾਸ਼ ਹੋ ਗਏ ਨੇ, ਦੂਰ ਹੋ ਗਏ ਨੇ। ਕਰਮ ਕਰਤ ਤੋਏ ਦਰਸ ਪਰਸ ਪਾਰਸ ਸਰ ਬਲ ਭਟ ਜਸ ਗਾਇਉ, ਜਿਨ੍ਹਾਂ ਨੇ ਪਰਮ ਪਿਤਾ ਪਰਮੇਸ਼ਰ ਤੇਰੀ ਰਹਿਮਤ ਸਦਕਾ ਮਿਹਰ ਸਦਕਾ ਸ਼ੁਭ ਕਰਮਾਂ ਦੇ ਵਿੱਚ ਆਪਣਾ ਜੀਵਨ ਸਮਰਪਿਤ ਕੀਤਾ ਏ, ਸ਼ੁਭ ਕਰਮ ਕਰਕੇ ਜੀਵਨ ਸਫਲਾ ਕੀਤਾ ਏ। ਤੇ ਪਾਤਸ਼ਾਹ ਬਚਨ ਕਰਦੇ ਨੇ ਉਹ ਤੇ ਪਾਰਸ ਸਰ, ਉਹ ਤੇ ਜਿਵੇਂ ਪਾਰਸ 8 ਧਾਤਾਂ ਨੂੰ ਸੋਨਾ ਬਣਾ ਦਿੰਦਾ ਏ, ਇਉਂ ਉਹਨਾਂ ਦਾ ਜੀਵਨ ਹੋ ਜਾਂਦਾ ਏ। ਜਿਹੜੀ ਉਹਨਾਂ ਦੀ ਸੰਗਤ ਕਰਦੇ ਨੇ ਆਪਣਾ ਜੀਵਨ ਸਫਲ ਕਰਦੇ ਨੇ। ਇਸੇ ਲਈ ਸਤਪੁਰਸ਼ ਦਾਨੇ ਪੁਰਸ਼ਾਂ ਦੇ ਬਚਨ ਨੇ, ਪਾਰਸ ਅਰ ਸੰਤ ਮੈਂ ਬੜੋ ਅੰਤਰੂ ਜਾਨ, ਉਹ ਲੋਹਾ ਕਾਂਚਨ ਕਰੇ ਉਹ ਕਰ ਲੈ ਆਪ ਸਮਾਨ। ਤੇ ਸਾਧ ਸੰਗਤ ਦੀ ਪਾਰਸ ਲੋਹੇ ਨੂੰ ਸੋਨਾ ਬਣਾਉਂਦਾ ਹੈ, ਪਰ ਸੰਤ ਆਪਣੇ ਸਮਾਨ ਕਰ ਲੈਂਦਾ। ਗੁਰੂ ਸਿੱਖ ਗੁਰੂ ਇੱਕੋ ਗੁਰ ਉਪਦੇਸ਼ ਸੁਣਾ ਹੈ। ਪ੍ਰਭ ਤੇ ਜਨ ਜਨੀਜੇ ਜਨ ਤੇ ਸੁਆਮੀ ਸਾਹਿਬ ਸਤਿਗੁਰੂ ਦਾਸ ਮਹਾਰਾਜ ਦੇ ਬਚਨ। ਅੱਜ ਭਾਈ ਮਰਦਾਨਾ ਜੀ ਦੇ ਜੀਵਨ ਦੀ ਸਾਂਝ ਪਾ ਰਹੇ ਹਾਂ ਸਾਧ ਸੰਗਤ ਜੀ। ਉਹ ਮਰਦ ਮਰਦਾਨਾ ਸਾਧ ਸੰਗਤ ਜਿਨ੍ਹਾਂ ਨੇ ਸਾਧ ਸੰਗਤ ਦੀ 1459 ਈਸਵੀ ਨੂੰ ਸ਼ੇਖੂਪੁਰਾ ਸਾਧ ਸੰਗਤ ਦੀ ਪਾਕਿਸਤਾਨ ਦੀ ਧਰਤੀ ਰਾਏ ਭੋਏ ਦੀ ਤਲਵੰਡੀ ਸਾਧ ਸੰਗਤ ਦੀ ਪਿਤਾ ਬਦਰਾ ਜੀ ਦੇ ਗ੍ਰਹਿ ਵਿਖੇ ਮਾਤਾ ਲਖੋ ਜੀ ਦੀ ਕੁੱਖ ਤੋਂ ਅਵਤਾਰ ਧਾਰਨ ਕੀਤਾ ਹੈ।
ਸਾਧ ਸੰਗਤ ਜੀ, ਬਚਪਨ ਦੇ ਅੰਦਰ ਧਾਰਮਿਕ ਰੁਚੀ ਸੰਗੀਤ ਦੇ ਧਨੀ ਪਰਿਵਾਰ ਦੇ ਅੰਦਰ ਸਾਧ ਸੰਗਤ ਜੀ, ਜਿਨ੍ਹਾਂ ਨੂੰ ਪਰਮੇਸ਼ਰ ਨੇ ਮਿਹਰ ਕਰਕੇ ਕੁੱਲ ਦੇ ਅੰਦਰ, ਪਰਿਵਾਰ ਦੇ ਅੰਦਰ ਸੰਗੀਤ ਦੀ ਬਖਸ਼ਿਸ਼ ਕੀਤੀ, ਰਾਗ ਵਿਦਿਆ ਦੀ ਦਾਤ ਬਖਸ਼ੀ, ਐਸੇ ਪਰਿਵਾਰ ਦੇ ਅੰਦਰ ਜਨਮ ਹੋਇਆ ਹੈ। ਬਚਪਨ ਤੋਂ ਸਾਧ ਸੰਗਤ ਦੀ ਸੰਗੀਤ ਦੀ ਵਿਦਿਆ ਦੇ ਅੰਦਰ ਨਿਪੁੰਨਤਾ ਪ੍ਰਾਪਤ ਕੀਤੀ। ਐਸੀ ਵਿਦਿਆ ਰਾਗ ਦੇ ਅੰਦਰ ਪ੍ਰਵੀਨ ਹੋਏ ਨੇ, ਇਲਾਕਾ ਨਹੀਂ ਪੂਰੀ ਵਿਸ਼ਵ 'ਤੇ ਪ੍ਰਸਿੱਧ ਹੋਏ ਨੇ। ਸਾਧ ਸੰਗਤ ਜੀ, ਜਿਨ੍ਹਾਂ ਦੇ ਸ਼ਾਗਿਰਦ ਮਹਾਨ ਸੰਗੀਤਕਾਰ ਤਾਨਸੈਨ ਜੀ, ਉਹਨਾਂ ਦੇ ਗੁਰੂ ਹਰੀਦਾਸ ਜੀ ਭਾਈ ਮਰਦਾਨਾ ਜੀ ਦੀ ਸ਼ਾਗਿਰਦ ਸਨ। ਸਾਧ ਸੰਗਤ ਜੀ, ਐਸੇ ਸੰਗੀਤ ਦੇ ਧਨੀ, ਰਾਗ ਵਿਦਿਆ ਦੇ ਨਿਪੁੰਨ। ਤੇ ਸਾਧ ਸੰਗਤ ਦੀ ਉਹੀ ਨਗਰ ਰਾਏ ਭੋਜ ਦੀ ਤਲਵੰਡੀ ਸ਼ੇਖੂਪੁਰਾ ਪਾਕਿਸਤਾਨ ਦੀ ਧਰਤੀ। ਤੇ ਸਾਧ ਸੰਗਤ ਦੀ 1469 ਈਸਵੀ ਨੂੰ ਨਰੰਜਣੀ ਜੋਤ ਆਪ ਨਿਰੰਕਾਰ ਕਲਾ ਧਾਰ ਜਗ ਮੈਂ ਪਰਬਰਿਓ, ਅਨੰਤ ਕਲਾਂ ਹੋਏ ਠਾਕੁਰ ਚੜਿਆ ਪਰਮ ਪਿਤਾ ਪਰਮੇਸ਼ਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਹੁੰਦਾ ਏ। ਤੇ ਸਾਧ ਸੰਗਤ ਦੀ ਬਚਪਨ ਬੀਤਦਾ ਏ। ਤੇ ਸਾਧ ਸੰਗਤ ਜੀ, ਪੱਟੀ ਲਿਖੀ ਆਦਤ ਆਦ ਭਗਤ ਕਰੂ ਆਰੰਭ। ਪਰਮੇਸ਼ਰ ਦੀ ਬੰਦਗੀ ਦਾ ਆਰੰਭ ਹੋਇਆ ਏ ਤੇ ਪਰਮੇਸ਼ਰ ਬਾਣੀ ਦੀ ਰੂਪ ਅੰਦਰ ਹਿਰਦੇ ਤੋਂ ਪ੍ਰਗਟ ਹੋਏ ਨੇ। ਇੱਕ ਦਿਨ ਸਾਧ ਸੰਗਤ ਦੀ ਦਰਖਤ ਦੀ ਛਾਂ ਥੱਲੇ ਸਾਹਿਬ ਗੁਰੂ ਨਾਨਕ ਆਰਾਮ ਕਰਦੇ ਨੇ। ਤੇ ਸਾਧ ਸੰਗਤ ਦੀ ਐਸੀ ਸੁਰੀਲੀ ਆਵਾਜ਼, ਰਬਾਬ ਦੀ ਧੁਨ ਜਦੋਂ ਕੰਨਾਂ 'ਚ ਪਈ, ਤੇ ਸਾਧ ਸੰਗਤ ਦੀ ਹਿਰਦੇ ਦੀ ਖਿੱਚ, ਕਰਤੇ ਦਾ ਪ੍ਰੇਮ ਰਾਗ ਦੀ ਰੂਪ ਅੰਦਰ, ਸੰਗੀਤ ਦੀ ਰੂਪ ਅੰਦਰ ਜਦੋਂ ਪ੍ਰਗਟ ਹੋਇਆ ਏ, ਤੇ ਮੇਰੇ ਗੁਰਦੇਵ ਸਾਹਿਬ ਗੁਰੂ ਨਾਨਕ ਉਸ ਸੁਰੀਲੀ ਆਵਾਜ਼ ਦੇ ਖਿੱਚੇ ਹੋਏ ਪੁੱਜ ਗਏ ਨੇ ਜਿੱਥੇ ਰਬਾਬੀ ਮਰਦਾਨਾ। ਸਾਧ ਸੰਗਤ ਦੀ ਇੱਕ ਅਗੰਮੀ ਧੁਨ ਦੇ ਵਿੱਚ ਮਸਤ ਹੋ ਕਰਕੇ ਰਾਗ ਦੇ ਅੰਦਰ ਧੁਨ ਅਲਾਪ ਰਹੇ ਨੇ। ਸਾਹਿਬ ਗੁਰੂ ਨਾਨਕ ਸਾਧ ਸੰਗਤ ਦੀ ਪੁੱਜ ਗਏ ਨੇ। ਐਸੇ ਮਹਾਨ ਰੱਬੀ ਫਕੀਰ ਦੇ ਦੀਦਾਰ ਕੀਤੇ ਨੇ। ਤੇ ਸਾਧ ਸੰਗਤ ਦੀ ਨਮਸਕਾਰ ਕੀਤੀ ਗੁਰਦੇਵ ਦੇ ਚਰਨਾਂ ਅੰਦਰ। ਗੁਰਦੇਵ ਪੁੱਛਦੇ ਨੇ, ਭਾਈ ਤੇਰਾ ਨਾਮ ਕੀ ਹੈ? ਤੇ ਭਾਈ ਮਰਦਾਨਾ ਜੀ ਆਖਦੇ ਨੇ, ਮਹਾਂਪੁਰਸ਼ੋ ਪਰਿਵਾਰ ਨੇ, ਮਾਤਾ ਪਿਤਾ ਨੇ ਨਾਮ ਦਾਨਾ ਰੱਖਿਆ ਹੈ। ਤੇ ਸਾਹਿਬ ਬਚਨ ਕਰਦੇ ਨੇ, ਰਾਗ ਦਾ ਤੈਨੂੰ ਗਿਆਨ ਏ, ਰਬਾਬ ਬੜੀ ਭਿੱਜ ਕੇ ਵਜਾਉਂਦੇ ਹੋ, ਸੰਗੀਤ ਦੇ ਧਨੀ ਹੋ। ਤੁਸੀਂ ਸਾਡੇ ਨਾਲ ਚਲੋ, ਅੱਜ ਮਨੁੱਖਤਾ ਨੂੰ ਜੋ ਰਾਗ ਹੈ ਉਸ ਦੇ ਵਿੱਚ ਸ਼ਬਦ ਦੀ ਦਾਤ ਪਰੋ ਕਰਕੇ ਮਨੁੱਖਤਾ ਨੂੰ ਅਗਿਆਨਤਾ ਵਿੱਚੋਂ ਕੱਢ ਕੇ ਗਿਆਨ ਦੇ ਪ੍ਰਕਾਸ਼ ਦੇ ਅੰਦਰ ਰੱਬੀ ਰਸ ਦੀ ਬਖਸ਼ਿਸ਼ ਦੀ ਪਾਤਰ ਬਣੀਏ। ਤੇ ਸਾਧ ਸੰਗਤ ਦੀ ਰਬਾਬੀ ਮਰਦਾਨਾ ਜੀ ਆਖਦੇ ਨੇ, ਸਤਿਪੁਰਸ਼ੋ ਤੁਹਾਡਾ ਸਾਡਾ ਕੀ ਮੇਲ ਏ? ਅਸੀਂ ਮਰਾਸੀ, ਅਸੀਂ ਜਜਮਾਨਾਂ ਦੀ ਘਰਾਂ ਵਿੱਚ ਜਾ ਕਰਕੇ ਰਾਗ ਗਾਉਂਦੇ ਹਾਂ ਤੇ ਖੁਸ਼ ਹੋ ਕੇ ਉਹ ਸਾਨੂੰ ਮਾਇਆ ਭੇਟ ਕਰਦੇ ਨੇ, ਜਿਸ ਦੇ ਨਾਲ ਸਾਡੇ ਪਰਿਵਾਰ ਦਾ ਰੋਟੀ ਰੁਜ਼ਗਾਰ ਚੱਲਦਾ ਹੈ। ਤੇ ਤੁਹਾਡੇ ਨਾਲ ਜਾ ਕੇ ਤੇ ਮੈਂ ਭੁੱਖਾ ਮਰਾਂਗਾ, ਤੇ ਨਾ ਨਵਾਜ਼ ਪੜ੍ਹੀ ਜਾਣੀ ਏ ਤੇ ਉਧਰ ਪਰਿਵਾਰ ਵੀ ਭੁੱਖਾ ਮਰ ਜਾਣਾ। ਇਸ ਲਈ ਦੀਨ ਤੋਂ ਵੀ ਤੇ ਦੁਨੀਆ ਤੋਂ ਵੀ ਝੂਠੇ ਪਵਾਂਗੇ, ਇਸ ਲਈ ਮੈਂ ਤੁਹਾਡੇ ਨਾਲ ਨਹੀਂ ਜਾ ਸਕਦਾ। ਤੇ ਸਾਹਿਬ ਗੁਰੂ ਨਾਨਕ ਬਚਨ ਕਰਦੇ ਨੇ, ਮਰਦਾਨਿਆ ਅੱਜ ਤੋਂ ਤੇਰਾ ਨਾਮ ਮਰਦਾਨਾ ਹੈ। ਤੂੰ ਮਰਦੇ ਤੇ ਪਰਮੇਸ਼ਰ ਪਰਮ ਪਿਤਾ ਖੁਦਾ ਅਕਾਲ ਪੁਰਖ ਪਰਮੇਸ਼ਰ ਇੱਕ ਹੈ। ਤੇ ਪਰੰਪਰਾ ਪਰਮੇਸ਼ਰ ਦੀ ਨਵਾਜ਼ ਖੁਦਾ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦੀ ਹੈ। ਪਰਮ ਪਿਤਾ ਪਰਮੇਸ਼ਰ ਦੀ ਨਵਾਜ਼
ਖੁਦਾ ਦੀ ਬਖਸ਼ਿਸ਼ ਪਰਮੇਸ਼ਰ ਦੀ ਮਿਹਰ ਸਦਕਾ ਪ੍ਰਾਪਤ ਹੁੰਦੀ ਹੈ। ਕਿ ਜਿਹੜਾ ਖੁਦਾ ਹੈ, ਜਿਹੜਾ ਬਖਸ਼ਿਸ਼ਾਂ ਕਰਨ ਵਾਲਾ ਹੈ, ਉਹ ਮਹਾਂਪੁਰਸ਼ਾਂ ਦੇ ਹਿਰਦੇ ਵਿੱਚ ਵਸਿਆ ਕਰਦਾ ਹੈ। ਗੱਡ ਕੀ ਆਖੂ ਸਤਨਾਮ ਸ੍ਰੀ। ਤੇ ਸਾਧ ਸੰਗਤ ਦੀ ਬਚਨ ਕਰ ਦਿੱਤਾ, ਮਰਦਾਨਿਆਂ ਕਾਈ ਭੁੱਖ ਨਾ ਰਹੀ, ਤੇਰਾ ਦੀਨ ਵੀ ਸੁਖੀ, ਦੁਨੀਆ ਵੀ ਸੁਖੀ। ਐਸੇ ਜਦੋਂ ਬਚਨ ਕੀਤੇ ਸਾਧ ਸੰਗਤ ਦੀ ਪ੍ਰੇਮ ਵਿੱਚ ਭਿੱਜ ਕੇ, ਤੇ ਸਾਧ ਸੰਗਤ ਦੀ ਅੱਡ ਐਸੀ ਮਿਹਰ ਹੋਈ। ਰਬਾਬੀ ਮਰਦਾਨਾ ਸਾਹਿਬ ਗੁਰੂ ਨਾਨਕ ਜੰਗਲ ਬੇਲੇ, ਪਿੰਡ ਪਿੰਡ, ਨਗਰ ਨਗਰ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸੋਆ। ਬਾਬੇ ਤਿਆਰੀ ਤਾਰੀ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਇਆ। ਕਲਯੁਗ ਦੇ ਅੰਦਰ ਗੁਰੂ ਪਰਮੇਸ਼ਰ ਪ੍ਰਗਟ ਹੋ ਗਿਆ ਹਿਰਦੇ ਦੇ ਅੰਦਰ, ਬਾਣੀ ਦਾ ਪ੍ਰਵਾਹ ਚੱਲਿਆ ਹੈ। ਤੇ ਸਾਧ ਸੰਗਤ ਦੀ ਜਗਤ ਜਲੰਦੇ ਨੂੰ ਤਾਰਦੇ ਹੋਏ ਸਾਧ ਸੰਗਤ ਦੀ ਇਤਨੀ ਨੇੜਤਾ ਪ੍ਰਾਪਤ ਕੀਤੀ। ਸਾਧ ਸੰਗਤ ਦੀ ਸਾਹਿਬ ਗੁਰੂ ਨਾਨਕ ਬਚਨ ਕਰਦੇ ਨੇ, ਜਦੋਂ ਬੱਜ ਦੇ ਵਿੱਚ ਆਉਂਦੇ ਨੇ, ਪਰਮੇਸ਼ਰ ਦੀ ਮਿਹਰ ਹੁੰਦੀ ਏ। ਬਾਣੀ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਪਰਮੇਸ਼ਰ ਬਾਣੀ ਦੇ ਰੂਪ ਅੰਦਰ ਪ੍ਰਗਟ ਹੁੰਦੇ ਨੇ ਤੇ ਆਖਦੇ ਨੇ, ਮਰਦਾਨਿਆਂ ਰਬਾਬ ਛੇੜ, ਮਰਦਾਨਿਆਂ ਰਬਾਬ ਛੇੜ, ਕਾਏ ਸਿਫਤ ਕਰੀਏ ਖੁਦਾਏ ਦੀ। ਧੁਰ ਕੀ ਬਾਣੀ ਆਈ, ਕਾਏ ਖੁਦਾ ਦੀ ਦੀਦਾਰ ਕਰੀਏ। ਐਸੇ ਭਿੱਜ ਕੇ ਪਰਮੇਸ਼ਰ ਦੀ ਬਾਣੀ, ਪਰਮੇਸ਼ਰ ਬਾਣੀ ਦੇ ਰੂਪ ਅੰਦਰ ਪ੍ਰਗਟ ਹੁੰਦੇ ਨੇ। ਸਾਧ ਸੰਗਤ ਦੀ ਐਸੀ ਨੇੜਤਾ ਪ੍ਰਾਪਤ ਹੋਈ। ਇੱਕ ਦਿਨ ਭਾਈ ਮਰਦਾਨਾ ਜੀ ਆਖਦੇ ਨੇ, ਬਾਬਾ ਤੇਰੇ ਤੇ ਮੇਰੇ ਵਿੱਚ ਹੁਣ ਲੱਗਦਾ ਕੋਈ ਫਰਕ ਨਹੀਂ ਰਹਿ ਗਿਆ, ਕਿਉਂਕਿ ਤੁਸੀਂ ਪਰਮ ਪਿਤਾ ਪਰਮੇਸ਼ਰ ਪਰਮਾਤਮਾ ਖੁਦਾਏ ਦੇ ਡੂਮ ਹੋਂ। ਤੇਰਾ ਡੂਮ ਤੁਸੀਂ ਖੁਦਾਏ ਨੂੰ ਪ੍ਰਾਪਤ ਕਰ ਲਿਆ ਤੇ ਮੈਂ ਤੁਹਾਡੇ ਵਿੱਚੋਂ ਖੁਦਾ ਨੂੰ ਪ੍ਰਾਪਤ ਕਰ ਲਿਆ। ਇਸ ਲਈ ਹੁਣ ਤੁਸੀਂ ਖੁਦਾ ਨਾਲ ਬਚਨ ਕਰਦੇ ਹੋ, ਵਿਚਾਰਾਂ ਕਰਦੇ ਹੋ, ਮੈਂ ਤੁਹਾਡੇ ਨਾਲ ਵਿਚਾਰਾਂ ਕਰਦਾ। ਤੁਸੀਂ ਖੁਦਾ ਨੂੰ ਪ੍ਰਾਪਤ ਕੀਤਾ, ਮੈਂ ਤੁਹਾਡੇ ਵਿੱਚੋਂ ਖੁਦਾ ਨੂੰ ਪ੍ਰਾਪਤ ਕਰ ਲਿਆ। ਹੁਣ ਤੇ ਤੁਹਾਡੇ ਤੇ ਮੇਰੇ ਵਿੱਚ ਕੋਈ ਫਰਕ, ਇਤਨੀ ਨੇੜਤਾ। ਤੇ ਬਚਨ ਕਹਿ ਦਿੱਤਾ, ਪਾਤਸ਼ਾਹ ਹੁਣ ਤੁਹਾਡੇ ਨਾਲ ਨਹੀਂ ਰਿਹਾ ਜਾਣਾ। ਜੇ ਤੁਸੀਂ ਮੈਨੂੰ ਆਪਣੇ ਨਾਲ ਰੱਖਣਾ ਚਾਹੁੰਦੇ ਹੋ, ਜਿਵੇਂ ਤੁਹਾਨੂੰ ਸਬਰ ਹੀ ਸਿਦਕ ਹੀ, ਸਾਨੂੰ ਵੀ ਉਹ ਅਵਸਥਾ ਬਖਸ਼ ਦਿਓ। ਮੈਂ ਭੁੱਖਾ ਨਹੀਂ ਰਹਿ ਸਕਦਾ। ਮੈਂ ਤੁਹਾਡੇ ਵਾਂਗ ਜੰਗਲ ਬੇਲਿਆਂ, ਹਠੀਆਂ ਤਪੀਆਂ ਦੀ ਸਰਾਪ ਇਹ ਤੁਸੀਂ ਕਿਰਪਾ ਕੀਤੀ ਸਹਿ ਨੇ, ਤੇ ਹੁਣ ਤੇ ਨਹੀਂ ਰਿਹਾ ਜਾਣਾ। ਜੇ ਤੁਸੀਂ ਚਾਹੁੰਦੇ ਹੋ ਮੈਂ ਤੁਹਾਡਾ ਸਾਥ ਦੇਵਾਂ, ਤੇ ਮੈਨੂੰ ਵੀ ਆਪਣੇ ਵਾਲੀ ਅਵਸਥਾ ਦੇ ਦਿਓ। ਸੱਸਾਂ ਦੀ ਜਾ ਤੂੰ ਟੁੱਠਾ ਮਿਹਰਬਾਨ, ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ, ਸਤਿਗੁਰ ਹੋਏ ਦਿਆਲ ਤਾਂ ਕਬੂ ਨਾ ਝੂਰੀਏ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਡਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਸਾਹਿਬ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਅੱਜ ਰੰਗ ਵਿੱਚ ਆਏ ਨੇ, ਬਜਦ ਵਿੱਚ ਆਏ ਨੇ, ਤੇ ਸਾਧ ਸੰਗਤ ਦੀ ਬਚਨ ਕਰ ਦਿੱਤਾ, ਮਰਦਾਨਿਆਂ ਨਿਹਾਲ ਨਿਹਾਲ, ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਨਿਹਾਲ। ਉਹ ਅਗੰਮੀ ਅਵਸਥਾ ਬਖਸ਼ ਦਿੱਤੀ ਸਾਧ ਸੰਗਤ ਦੀ। ਸਮਾਂ ਬੀਤਦਾ ਦੇਰ ਨਹੀਂ ਲੱਗਦੀ ਸਾਧ ਸੰਗਤ ਦੀ। ਅੱਜ ਖੁਰਮ ਸ਼ਹਿਰ ਦੀ ਧਰਤੀ ਅਫਗਾਨਿਸਤਾਨ ਦੇ ਅੰਦਰ ਦੇਸ਼ਾਂ ਵਿਦੇਸ਼ਾਂ ਤੇ ਸੰਗਤਾਂ ਨੂੰ ਤਾਰਦੇ ਹੋਏ ਸਾਧ ਸੰਗਤ ਦੀ ਸੰਗਤਾਂ ਜੁੜੀਆਂ ਨੇ। ਤੇ ਸਾਹਿਬ ਗੁਰੂ ਨਾਨਕ ਬਚਨ ਕਰਦੇ ਨੇ, ਮਰਦਾਨਿਆਂ ਹੁਣ ਤੇਰਾ ਅੰਤਮ ਸਮਾਂ ਨੇੜੇ ਆ ਗਿਆ ਹੈ, ਤਿਆਰੀ ਕਰ ਲੈ। ਤੇਰਾ ਮਨ ਕਹੇ ਤੂੰ ਜੋ ਕਹੇ ਉਹ ਤੇਰੀ ਦਾਤ ਦੇ ਸਕਦੇ ਆ। ਜੇ ਕਹੇ ਤੇ ਦੁਨੀਆ ਦੇ ਉੱਤੇ ਤੇਰੀ ਜਾਤ ਸਥਾਪਿਤ ਕਰਦੀ, ਦੁਨੀਆ ਪੂਜੇਗੀ। ਤੇ ਸਾਧ ਸੰਗਤ ਦੀ ਪਰ ਸਮਰੱਥ ਗੁਰੂ ਸਿਰ ਹੱਥ ਧਰਿਆ, ਵਿੱਚੋਂ ਮਾਰ ਕੱਢੀਆਂ ਬੁਰੇ ਅੰਨ, ਜਿਸਨੂੰ ਪਾਤਸ਼ਾਹ ਕਹਿੰਦੇ ਨੇ ਗੁਰ ਪਰਮੇਸ਼ਰ ਕਰਨਾ ਹਾਰ, ਸਗਲ ਸ੍ਰਿਸ਼ਟ ਕੋ ਦੇ ਆਧਾਰ।
गुर की टेक रहो दिन रात, जाकी कोई ना मेटै दात। हे परम पिता परमेश्वर ਸਰੂਪ सतगुरु ਸਾਹਿਬ गुरु नानक पातशाह, ਤੁਹਾਡੇ ਚਰਨਾਂ ਵਿੱਚ ਰਹਿ ਕੇ ਹੀ ਇੰਨਾ ਕੁ ਗਿਆਨ ਪ੍ਰਾਪਤ ਹੋਇਆ ਹੈ। ਆਤਮਾ ਜਿਹੜੀ ਇਹ ਸਰੀਰ ਦਾ ਸਾਖੀ ਹੈ, ਸਾਥੀ ਹੈ, ਤੇ ਸਾਥੀ ਸਦੀਵ ਹੀ ਨਹੀਂ ਰਿਹਾ ਕਰਦਾ। ਇਸ ਲਈ ਹੁਣ ਤੂੰ ਮੈਨੂੰ ਕਿਉਂ ਪਰਮੇਸ਼ਰ ਸਰੂਪ ਸਤਿਗੁਰ ਕਿਉਂ ਦੁਨੀਆ ਦੇ ਮੂੰਹ ਵਿੱਚ ਪਾਉਂਦੇ ਹੋ? ਤੇ ਸਾਧ ਸੰਗਤ ਜੀ, ਹਿਰਦੇ ਤੋਂ ਬੋਲ ਪ੍ਰਗਟ ਹੋਏ ਨੇ। ਬਿਹਾਗੜੀ ਦੀ ਬਾਰ 3 ਸਲੋਕ। ਸਾਧ ਸੰਗਤ ਜੀ, ਪਹਿਲਾ ਸਲੋਕ। ਕਲ ਕਲ ਵਾਲੇ ਕਾਮ ਮਦ ਮਨੁਆ ਪੀਵਣ ਹਾਰ। ਇਸ ਸੰਸਾਰ ਦੇ ਉੱਤੇ ਇਹ ਨਿਰੰਕਾਰ ਪਾਤਸ਼ਾਹ ਸਾਹਿਬ ਗੁਰੂ ਨਾਨਕ, ਤੁਸੀਂ ਆਪਣੀ ਬਾਣੀ ਦਾ ਅੰਮ੍ਰਿਤ ਵਰਖਾ ਕੀਤੀ ਏ, ਪਰ ਜ਼ਹਿਰ ਰੂਪੀ ਮਦ, ਕਾਮ ਰੂਪੀ ਵਿਸ਼ਿਆਂ ਦੇ ਅੰਦਰ, ਵਿਕਾਰਾਂ ਦੇ ਅੰਦਰ, ਪਦਾਰਥਾਂ ਦੀ ਭੁੱਖ ਦੇ ਅੰਦਰ, ਬੇਈਮਾਨੀ ਅੰਦਰ ਇਹ ਮਨੁੱਖ ਜਿਹੜਾ ਇੰਨਾ ਗਰਸਿਆ ਗਿਆ ਹੈ, ਨਿਕਲ ਨਹੀਂ ਰਿਹਾ ਹੈ। ਕਲ ਕਲਵਾਲੀ, ਕਲ ਯੁੱਗ ਦੇ ਅੰਦਰ ਪਰਮੇਸ਼ਰ ਇਹ ਸੰਸਾਰ ਜਿਹੜਾ ਹੈ, ਇਹ ਸਰੀਰ ਜਿਹੜਾ ਹੈ, ਇਹਦੇ ਅੰਦਰ ਕਾਮੀ, ਕ੍ਰੋਧੀ, ਲਾਲਚੀ, ਕਾਮ ਰਸ ਦੇ ਅੰਦਰ ਗਰਸਿਆ ਹੋਇਆ ਮਨੁੱਖ, ਪਦਾਰਥਾਂ ਦੇ ਅੰਦਰ ਗਰਸਿਆ ਹੋਇਆ ਮਨੁੱਖ, ਮਨੁੱਖ ਤੇ ਅਤਿਆਚਾਰ ਕਰਦਾ ਹੈ। ਸਦੀਆਂ ਪਹਿਲਾਂ ਸਾਧ ਸੰਗਤ ਜੀ ਇਹ ਬਚਨ ਆਖੇ, ਅੱਜ ਉਹ ਸੱਚ ਨੇ। ਅੱਜ ਆਪਾਂ ਦੇਖਦੇ ਹਾਂ ਧੀਆਂ ਭੈਣਾਂ ਦੀ ਇੱਜ਼ਤ। ਸਾਧ ਸੰਗਤ ਜੀ, ਜਿੱਥੇ ਮਰਜੀ ਦੇਖਦੇ ਆ ਤੇ ਸਾਧ ਸੰਗਤ ਜੀ ਅਤਿਆਚਾਰ ਵੱਧ ਚੁੱਕੇ ਨੇ। ਸਦੀਆਂ ਪਹਿਲਾਂ ਬਚਨ ਆਖੇ, ਪਤਾ ਲੱਗ ਗਿਆ ਕਿ ਹੁਣ ਪਰਮੇਸ਼ਰ ਦੇ ਚਰਨਾਂ ਵਿੱਚ ਸਰੀਰ ਕਰਕੇ ਚਲੇ ਜਾਣਾ ਹੈ। ਦਿਲ ਦੀ ਗੱਲ ਕਹਿ ਦਿੱਤੀ, ਉਹ ਗੱਲ ਜੋ ਬਾਬਰ ਦੇ ਦਰਬਾਰ ਅੰਦਰ ਸਾਹਿਬ ਗੁਰੂ ਨਾਨਕ ਕਹਿ ਰਹੇ ਨੇ। ਜਦੋਂ ਬਾਬਰ ਕਹਿੰਦਾ ਏ, ਆਹ ਹੌਡ ਭਰਿਆ ਹੋਇਆ ਏ, ਇਹ ਗੁਰੂ ਨਾਨਕ ਸਾਹਿਬ ਤੁਸੀਂ ਇੱਕ ਪਿਆਲਾ ਪੀ ਕੇ ਦੇਖੋ। ਤੇ ਕਹਿੰਦੇ ਕੀ ਕਰੇਗਾ? ਐਸੀ ਮਸਤੀ ਦੇਵੇਗਾ। ਕਹਿੰਦੇ ਸਦੀਵੀ, ਕਹਿੰਦੇ ਨਹੀਂ 2 ਘੰਟੇ ਬਾਅਦ। ਕਹਿੰਦੇ ਫਿਰ? ਕਹਿੰਦੇ ਫਿਰ ਹੋਰ ਪਿਆਲਾ ਪੀ ਲੈਣਾ। ਇਹ ਸਾਹਿਬ ਗੁਰੂ ਨਾਨਕ ਨੇ ਆਖਿਆ ਸੀ। ਸਾਧ ਸੰਗਤ, ਪੋਸਤ ਭੰਗ ਅਫੀਮ ਮਦ, ਉੱਤਰ ਜਹੈ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ। ਅੱਜ ਉਹ ਨਾਮ ਦੀ ਦਾਤ, ਉਹ ਅੰਮ੍ਰਿਤ ਦੀ ਰਸ ਹਿਰਦੇ ਅੰਦਰ ਪ੍ਰਗਟ ਹੋ ਗਿਆ ਹੈ ਤੇ ਬਚਨ ਕਹਿ ਦਿੱਤਾ ਹੈ। ਕਲ ਕਲ ਵਾਲੀ ਕਾਮ ਮਦ ਮਨੁਆ ਪੀ ਬਣਹਾਰ। ਮਨ ਕਾਮੀ ਹੋਇਆ ਹੋਇਆ ਮਨੁੱਖਤਾ ਤੇ ਅਤਿਆਚਾਰ ਕਰਦਾ ਹੈ। ਅਹੰਕਾਰ ਦੇ ਅੰਦਰ ਗਰਸਿਆ ਹੋਇਆ, ਮੈਂ ਮੇਰੀ ਦੇ ਵਿੱਚ ਗਰਸਿਆ ਹੋਇਆ ਕਿ ਮੈਨੂੰ ਮੇਰਾ ਕੀ ਕੋਈ ਵਿਗਾੜ ਸਕਦਾ ਹੈ, ਮੈਨੂੰ ਕੌਣ ਰੋਕ ਸਕਦਾ ਹੈ। ਕਾਮੀ ਹੋ ਗਿਆ, ਕ੍ਰੋਧੀ ਹੋ ਗਿਆ, ਲਾਲਚੀ ਹੋ ਗਿਆ, ਹੰਕਾਰੀ ਹੋ ਗਿਆ, ਅਤਿਆਚਾਰ ਕਰ ਰਿਹਾ ਹੈ। ਕਲ ਕਲਵਾਲੀ ਕਾਮ ਮਦ ਮਨੁਆ ਪੀ ਬਣਹਾਰੂ, ਕ੍ਰੋਧ ਕਟੋਰੀ ਮੋਹ ਪਰੇ ਪੀ ਲਾਵਾਂ ਅਹੰਕਾਰੂ। ਹਉਮੈ ਦੇ ਅੰਦਰ ਗਰਸਿਆ ਹੋਇਆ ਵਿਕਾਰੀ ਰਸ ਨੂੰ ਪੀ ਰਿਹਾ ਹੈ, ਅਤਿਆਚਾਰ ਕਰ ਰਿਹਾ ਹੈ, ਬੇਈਮਾਨੀਆਂ ਕਰ ਰਿਹਾ ਹੈ, ਚੋਰੀ ਬਖੇਲੀ ਐਸ਼ ਪ੍ਰਸਤੀ ਦੇ ਅੰਦਰ ਗਰਸਿਆ ਹੋਇਆ ਮਨੁੱਖਤਾ ਦਾ ਘਾਣ ਕਰ ਰਿਹਾ ਹੈ। ਮਜਲਸ ਕੂੜਾ ਲੱਭ ਕੇ, ਮਜਲਸ ਕੂੜਾ ਲੱਭ ਕੇ ਪੀ ਪੀ ਹੋਏ ਖੁਆਰ। ਇੱਕ ਨਹੀਂ, ਸਵਾ ਲੱਗਦੀ ਏ। ਤੇ ਮਾਫ ਕਰਨਾ, ਅੱਡ ਆਪਾਂ ਦੇਖਦੇ ਪੰਜਾਬ ਦੇ ਅੰਦਰ 12 ਖੁੱਲੀਆਂ ਹੋਈਆਂ ਨੇ। ਮਜਲਸ ਕੂੜਾ ਲੱਭ ਕੇ ਝੂਠੇ ਜ਼ਹਿਰ ਰੂਪੀ ਰਸ ਨੂੰ ਪੀਣ ਲਈ ਮਜਲਸਾਂ ਹੁੰਦੀਆਂ ਨੇ। ਪੀ ਪੀ ਹੋਏ ਖੁਆਰ, ਪੀ ਪੀ ਕੇ ਆਪਾਂ ਦੇਖਦੇ ਹਾਂ ਖੁਆਰ ਹੋ ਰਹੇ ਨੇ। ਤੇ ਸਾਧ ਸੰਗਤ ਦੀ ਕਈ ਵਾਰੀ ਗੋਲੀਆਂ ਚੱਲਦੀਆਂ ਤੇ ਕਤਲ ਵੀ ਹੁੰਦੇ ਨੇ, ਜਵਾਨੀਆਂ ਤਬਾਹ ਹੁੰਦੀਆਂ ਨੇ। ਮਜਲਸ ਕੂੜਾ ਲੱਭ ਕੇ ਝੂਠੇ ਮੋਹ ਦੇ ਅੰਦਰ ਕਾਮੀ ਰਸ, ਪਦਾਰਥਾਂ ਦਾ ਰਸ ਵਿੱਚ ਆ ਕਰਕੇ
ਸਾਧ ਸੰਗਤ ਜੀ ਮਨੁੱਖਤਾ ਦੀ ਤਬਾਹੀ ਮਚਾ ਰਹੀ ਜਾਈ ਜਾ ਰਹੀ। ਸਦੀਆਂ ਪਹਿਲਾਂ ਬਚਨ ਕਹਿ ਦਿੱਤੇ, ਕਰਨੀ ਲਾਹਣ ਆਪ ਮਦ ਮਨੁਆ ਪੀ ਬਨਹਾਰ। ਜਦ ਕਿ ਚਾਹੀਦਾ ਕਿ ਇਸੇ ਸ਼ੁਭ ਕਰਨਾਂ ਦੀ ਕਰਨੀ ਕਮਾਉਂਦੇ ਪਰਮੇਸ਼ਰ ਦੇ ਨਾਮ ਦਾ ਰਸ ਪੀਣ ਲਈ ਇਸ ਧਰਤੀ ਤੇ ਮਨੁੱਖਾ ਜੀਵਨ ਮਿਲਿਆ ਸੀ। ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ। ਕਾਇਆ ਲਾਹਣ ਆਪ ਮਦ ਆਪਾ ਪਛਾਨਣੇ ਨੂੰ, ਆਪਣੇ ਹਿਰਦੇ ਵਿੱਚੋਂ ਅੰਮ੍ਰਿਤ ਰਸ ਪ੍ਰਾਪਤ ਕਰਨੇ ਨੂੰ, ਜਿਸ ਨੂੰ ਸਾਹਿਬ ਗੁਰੂ ਦਾਸ ਬਚਨ ਕਰਦੇ ਨੇ, ਜਿਨ ਪੀਆ ਸਾਰ ਰਸ ਤਡੇ ਆਨ ਰਸ ਹੋਏ ਰਸ ਮਗਨ ਡਾਰੀ ਬਿਖ ਖੋਏ। ਜਿਸ ਅੰਮ੍ਰਿਤ ਰਸ ਨੂੰ ਪ੍ਰਾਪਤ ਕਰਕੇ ਹਿਰਦੇ ਵਿੱਚੋਂ ਵਿਕਾਰੀ ਰਸ ਕਾਮੀ ਰਸ ਨੂੰ ਮਾਰਨਾ ਸੀ, ਉਸ ਕਾਮੀ ਕ੍ਰੋਧੀ ਰਸ ਨੂੰ ਪ੍ਰਾਪਤ ਕਰਦੇ ਮਨੁੱਖਤਾ ਦਾ ਘਾਣ ਕੀਤਾ ਜਾ ਰਿਹਾ। ਇਸ ਲਈ ਜਿਨ ਪੀਆ ਸਾਰ ਰਸ ਤੜੇ ਆਨ ਰਸ ਹੋਈ ਰਸ ਮਗਨ ਡਾਰੀ ਬਿਖ ਹੋਏ, ਜਿਨ੍ਹਾਂ ਨੇ ਪੀ ਲਿਆ ਉਸ ਅੰਮ੍ਰਿਤ ਰਸ ਨੂੰ ਜਿਹੜਾ ਹਿਰਦੇ ਵਿੱਚ ਪਰਮੇਸ਼ਰ ਦੀ ਗੁਰੂ ਦੀ ਮਿਹਰ ਦੇ ਨਾਲ ਸ਼ਬਦ ਦੀ ਰਸ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ, ਉਸੇ ਨੂੰ ਗੁਰਦੇਵ ਕਹਿੰਦੇ ਨੇ ਇਹ ਰਸ ਛੱਡ ਉਹ ਰਸ ਆਵਾ, ਉਹ ਰਸ ਪੀਆ ਫੇ ਇਹ ਰਸ ਨਹੀਂ ਭਾਵਾ। ਜਿਸ ਰਸ ਸਦਕਾ ਇਹ ਸੰਸਾਰ ਦੇ ਰਸ ਫਿੱਕੇ ਪੈਣੇ ਸਨ, ਉਹ ਰਸ ਦੀ ਪ੍ਰਾਪਤੀ ਲਈ ਉਦਮ ਨਹੀਂ ਕੀਤਾ। ਇਸ ਲਈ ਭਾਈ ਮਰਦਾਨਾ ਜੀ ਦੇ ਬਚਨ ਹਨ, ਕਰਨੀ ਲਾਹਣ ਆਪ ਮਦ ਸ਼ੁਭ ਕਰਮਾਂ ਦੀ ਕਰਨੀ ਕਰਨੀ ਸੀ ਤੇ ਆਪਣੇ ਹਿਰਦੇ ਅੰਦਰੋਂ ਸ਼ਬਦ ਦਾ ਗੁਰੂ ਦੀ ਮਿਹਰ ਸਦਕਾ ਅੰਮ੍ਰਿਤ ਰਸ ਪ੍ਰਾਪਤ ਕਰਨਾ ਸੀ। ਕਰਨੀ ਲਾਹਣ ਆਪ ਮਦ ਮਨੁਆ ਪੀਵਣ ਹਾਰ, ਮਨ ਨੇ ਉਸ ਅੰਮ੍ਰਿਤ ਨੂੰ ਪੀ ਕਰਕੇ ਵਿਕਾਰਾਂ ਤੋਂ ਮੁਕਤ ਹੋਣਾ ਸੀ ਤੇ ਪਰਮੇਸ਼ਰ ਦੀ ਅੰਮ੍ਰਿਤ ਰਸ ਵਿੱਚ ਮਸਤ ਹੋਣਾ ਸੀ। ਕਰਨੀ ਲਾਹਣ ਆਪ ਮਦ ਮਨੁਆ ਪੀਵਣ ਹਾਰ। ਤੇ ਸਾਧ ਸੰਗਤ ਜੀ ਗੁਣ ਮੰਡੇ ਕਰ ਸੀਲ ਘਿਓ, ਸਤ ਸੰਤੋਖ ਧਰਮ ਧੀਰਜ ਵੈਰਾਗ, ਇਹਨਾਂ ਗੁਣਾਂ ਨੂੰ ਧਾਰਨ ਕਰਨਾ ਸੀ, ਪ੍ਰਸ਼ਾਦੇ ਬਣਾਉਣਾ ਸੀ, ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀ। ਗੁਣ ਮੰਡੇ ਭਾਗ ਸਤਿਗੁਰ ਦੀ ਮਿਹਰ ਦਾ ਪ੍ਰਸ਼ਾਦਾ ਧੰਨਵਾਦ ਵਿੱਚ ਛਕਣਾ ਸੀ। ਗੁਣ ਮੰਡੇ ਸਤ ਸੰਤੋਖ ਧਰਮ ਧੀਰਜ, ਇਹ ਗੁਣਾਂ ਨੂੰ ਧਾਰਨ ਕਰਨਾ ਸੀ, ਪ੍ਰਸ਼ਾਦ ਕਰਨਾ ਸੀ, ਇਹ ਪ੍ਰਸ਼ਾਦ ਗ੍ਰਹਿਣ ਕਰਨਾ ਸੀ। ਗੁਣ ਮੰਡੇ ਕਰ ਸੀਲ ਘਿਓ, ਸਹਿਣਸ਼ੀਲਤਾ ਨਿਮਰਤਾ ਖਿਮਾ ਦਇਆ, ਇਹ ਗੁਣ ਹਿਰਦੇ ਵਿੱਚ ਵਸਾਉਣੇ ਸੀ। ਗੁਣ ਮੰਡੇ ਕਰ ਸੀਲ ਘਿਓ, ਸ਼ਰਮ ਮਾਸ ਆਹਾਰ, ਵਿਕਾਰਾਂ ਵੱਲੋਂ ਮੁੱਖ ਮੋੜਨਾ, ਪ੍ਰਭੂ ਦੇ ਗੁਣ ਗਾਉਣੇ, ਪ੍ਰਭੂ ਦੀ ਕੀਰਤ ਕਰਨਾ, ਪ੍ਰਭੂ ਦਾ ਜਸ ਕਰਨਾ, ਪ੍ਰਭੂ ਦੀ ਮਹਿਮਾ ਕਰਨਾ, ਪ੍ਰਭੂ ਦੇ ਗੁਣ ਗਾਉਣੇ, ਇਹ ਭੋਜਨ ਕਰਨਾ ਸੀ, ਜਿਹਨੂੰ ਪਾਤਸ਼ਾਹ ਕਹਿੰਦੇ ਨੇ ਹਰ ਕੀਰਤਨ ਆਧਾਰੋ। ਭੋਜਨ ਗੋਪਾਲ ਕੀਰਤਨ, ਪਰਮ ਪਿਤਾ ਪਰਮੇਸ਼ਰ ਦੇ ਭਜਨ ਸਿਮਰਨ ਰਸ ਦਾ ਭੋਜਨ ਕਰਨਾ ਸੀ। ਜਿੱਥੇ ਫਿਰ ਅੱਜ ਗੁਰੂਆਂ ਵਾਲੀ ਅਵਸਥਾ ਨਾਨਕ ਛਾਪ ਸਾਹਿਬ ਗੁਰੂ ਨਾਨਕ ਜੀ ਦਾ ਹੱਥ ਸਾਧ ਸੰਗਤ ਦੀ ਬਚਨ ਕਹਿ ਦਿੱਤਾ, ਨਾਨਕ ਗੁਰਮੁਖ ਪਾਈਐ ਖਾਧੈ ਡਾਏ ਬੇਕਾਰ। ਗੁਰੂ ਦੀ ਮਿਹਰ ਸਦਕਾ ਗੁਰਮਤ ਦਾ ਰਸਤ ਪ੍ਰਾਪਤ ਹੁੰਦਾ ਹੈ। ਇਹ ਦਾਤ ਪ੍ਰਾਪਤ ਹੁੰਦੀ ਸਤ ਸੰਤੋਖ ਧਰਮ ਧੀਰਜ ਨਿਮਰਤਾ ਦਇਆ, ਇਹ ਗੁਣ ਸਤਿਗੁਰੂ ਦੀ ਮਿਹਰ ਸਦਕਾ ਪ੍ਰਾਪਤ ਹੁੰਦੇ ਨੇ। ਤੇ ਜਿਨ੍ਹਾਂ ਨੂੰ ਇਹ ਗੁਣ ਪ੍ਰਾਪਤ ਹੋ ਜਾਂਦੇ ਨੇ, ਖਾਧੇ ਜਾਏ ਬੇਕਾਰ, ਵਿਕਾਰਾਂ ਦਾ ਭਰਮਾਂ ਦਾ ਸ਼ੰਕਿਆਂ ਦਾ ਨਾਸ਼ ਹੋ ਜਾਂਦਾ। ਇਸ ਲਈ ਨਿਰਣਾ ਦੇ ਦਿੱਤਾ ਤੇ ਬਚਨ ਕਹਿ ਦਿੱਤਾ, ਕਾਇਆ ਲਾਹਣ ਆਪ ਮਦ ਅੰਮ੍ਰਿਤ ਤਿਸ ਕੀ ਧਾਰੂ। ਇਹ ਕਾਇਆ ਦੇ ਅੰਦਰ ਇਸ ਕਾਇਆ ਨੂੰ ਬਰਤਨ ਬਣਾਉਣਾ ਸੀ ਪਰਮੇਸ਼ਰ ਦੇ ਨਾਮ ਰੂਪੀ ਅੰਮ੍ਰਿਤ ਰਸ ਦਾ, ਅੰਮ੍ਰਿਤ ਧਾਰਾ ਬਹਿੰਦੀ, ਇਹ ਬਰਤਨ ਬਣਾਉਣਾ ਸੀ ਸਰੀਰ ਨੂੰ। ਸ਼ਬਦ ਦੀ ਰਸ ਦੇ ਨਾਲ ਅੰਮ੍ਰਿਤ ਦੀ ਧਾਰਾ ਪ੍ਰਾਪਤ ਕਰਨੀ ਸੀ। ਕਾਇਆ ਲਾਹਣ ਆਪ ਮਦ ਅੰਮ੍ਰਿਤ ਤਿਸ ਕੇ ਧਾਰੂ, ਸਤ ਸੰਗਤ ਮੇਲਾਪ ਕਰ। ਸਤਿਗੁਰ ਦੀ ਸੱਚੀ ਸੁੱਚੀ ਸੰਗਤ ਦੇ ਅੰਦਰ
ਸਤਿਗੁਰ ਦੇ ਸ਼ਬਦ ਸੁਰਤ ਦਾ ਮਿਲਾਪ ਕਰਨਾ ਸੀ। ਪੀ ਪੀ ਕਟੈ ਬੇਕਾਰ ਲਿਵ ਕਟੋਰੀ ਅੰਮ੍ਰਿਤ ਭਰੇ। ਜਿਹੜੀ ਸੁਰਤ ਸਤਿਗੁਰ ਦੇ ਸ਼ਬਦ ਨਾਲ ਜੋੜਨੀ ਸੀ, ਉਸ ਸ਼ਬਦ ਦੇ ਨਾਲ ਲਿਵ ਦੇ ਨਾਲ ਅੰਮ੍ਰਿਤ ਦਾ ਪਿਆਲਾ ਹਿਰਦਾ ਭਰ ਜਾਣਾ ਸੀ। ਤੇ ਪੀ ਪੀ ਕਟੈ ਬੇਕਾਰ, ਉਸ ਅੰਮ੍ਰਿਤ ਨੂੰ ਪੀਪਾ ਕਰਕੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪੀ ਵਿਕਾਰਾਂ ਨੂੰ, ਮਾਇਆ ਦੀ ਦੂਤਾਂ ਨੂੰ ਦੂਰ ਕਰਨਾ ਸੀ, ਖਤਮ ਕਰਨਾ ਸੀ। ਪਰ ਅੱਜ ਸਾਧ ਸੰਗਤ ਜੀ ਆਪਣੇ ਸਾਹਮਣੇ ਹੈ, ਸਤਿਗੁਰੂ ਰਵਿਦਾਸ ਪਾਤਸ਼ਾਹ ਦੇ ਬਚਨ ਸਨ। ਸੁਰ ਸਰੀ ਸਰਲ ਕਰਤ ਵਾਰ ਨੀਰੇ ਸੰਤ ਜਨ ਕਰਤ ਨਹੀਂ ਪਾਨੰ। ਸ਼ਰਾਬ ਭਾਵੇਂ ਗੰਗਾ ਜਲ ਦੀ ਕੱਢੀ ਹੋਵੇ, ਉਹ ਪਰਮੇਸ਼ਰ ਦੇ ਪਿਆਰੇ ਕਦੇ ਗ੍ਰਹਿਣ ਨਹੀਂ ਕਰਦੇ, ਕਦੇ ਸੇਵਨ ਨਹੀਂ ਕਰਦੇ। ਪਰ ਅੱਜ ਨਸ਼ਿਆਂ ਨੇ ਪੂਰੇ ਵਿਸ਼ਵ ਨੂੰ ਤਬਾਹ ਕਰ ਦਿੱਤਾ ਹੈ। ਨਸ਼ਿਆਂ ਵਿੱਚ ਗਰਸਿਆ ਬੰਦਾ ਦੇਖਦੇ ਹਾਂ ਪਰਿਵਾਰਾਂ ਦੇ ਪਰਿਵਾਰ ਕਤਲ ਕਰ ਰਿਹਾ ਹੈ। ਸਦੀਆਂ ਪਹਿਲਾਂ ਸਾਹਿਬ ਗੁਰੂ ਨਾਨਕ ਨੇ ਆਪਣੇ ਸੇਵਕ ਦੇ ਸਿੱਖ ਦੇ ਸਿਰ ਤੇ ਹੱਥ ਰੱਖ ਕੇ ਉਹ ਬਚਨ ਪ੍ਰਗਟ ਕਰ ਦਿੱਤੇ। ਤੇ ਸਾਧ ਸੰਗਤ ਜੀ, 1534 ਈਸਵੀ ਨੂੰ ਖੁਰਮ ਸ਼ਹਿਰ ਅਫਗਾਨ ਦੀ ਧਰਤੀ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇਸ ਅਵਸਥਾ ਨੂੰ ਪ੍ਰਾਪਤ ਕਰਕੇ ਭਾਈ ਮਰਦਾਨਾ ਜੀ ਪ੍ਰਭੂ ਚਰਨਾਂ ਦੇ ਅੰਦਰ ਲੀਨ ਹੋ ਗਏ ਨੇ। ਅੱਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਉਹਨਾਂ ਦੀ ਉਚਾਰਨ ਕੀਤੇ 3 ਸਲੋਕ ਬਿਰਾਜਮਾਨ ਨੇ, ਤੇ ਦੁਨੀਆ ਤੇ ਅੱਜ ਅਮਰ ਪਦ ਵੀ ਪ੍ਰਾਪਤ ਕੀਤੀ। ਉਸੇ ਨੂੰ ਮੇਰੇ ਗੁਰਦੇਵ ਕਹਿੰਦੇ ਨੇ, ਧਨ ਧਨ ਭਾਗ ਤਿੰਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਿਤਿਆਂ। ਧਨ ਧਨ ਭਾਗ ਨੇ ਉਹਨਾਂ ਨੇ ਪ੍ਰਭੂ ਭਗਤਾਂ ਦੇ, ਜਿਹੜੇ ਮੁਖ ਤੋਂ ਪਰਮੇਸ਼ਰ ਤੇਰਾ ਨਾਮ ਜਪਦੇ ਨੇ, ਅਲਾਉਂਦੇ ਨੇ। ਧਨ ਧਨ ਭਾਗ ਤਿੰਨਾ ਸੰਤ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਤਿਆ। ਉਹਨਾਂ ਸਾਧੂ ਸੰਤ ਜਨਾਂ ਦੇ ਭਾਗ ਧਨ ਧਨ ਨੇ, ਜਿਹੜੇ ਤੇਰੀ ਮਹਿਮਾ ਕਰਦੇ ਨੇ, ਕੀਰਤਨ ਕਰਦੇ ਨੇ, ਤੇਰੇ ਗੁਣਾਂ ਦਾ ਖਜ਼ਾਨਾ, ਤੇਰਾ ਰੂਪ ਹੋ ਨਿਬੜਦੇ ਨੇ। ਧਨ ਧਨ ਭਾਗ ਤਿੰਨਾ ਸਾਧ ਜਨਾ, ਤਿੰਨਾ ਸੰਤ ਜਨਾ, ਜੋ ਹਰ ਜਸ ਸਰਵਣੀ ਸੁਣਤਿਆਂ। ਉਹਨਾਂ ਸੰਤਾਂ ਦੇ ਭਾਗ ਧਨ ਧਨ ਨੇ, ਜਿਹੜੇ ਪਰਮੇਸ਼ਰ ਤੇਰਾ ਜਸ ਕੰਨਾਂ ਦੇ ਨਾਲ ਸਰਵਣ ਕਰਦੇ ਨੇ। ਧਨ ਧਨ ਭਾਗ ਤਿੰਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ। ਉਹਨਾਂ ਸਾਧੂਆਂ ਦੇ ਭਾਗ ਧਨ ਧਨ ਨੇ, ਜਿਹੜੇ ਪਰਮੇਸ਼ਰ ਤੇਰੀ ਮਹਿਮਾ, ਤੇਰੀ ਕੀਰਤ, ਤੇਰਾ ਜਸ ਕਰਦੇ ਨੇ ਤੇ ਗੁਣਾਂ ਦਾ ਖਜ਼ਾਨਾ ਹੋ ਜਾਂਦੇ ਨੇ। ਧਨ ਧਨ ਭਾਗ ਤਿੰਨਾ ਗੁਰਮੁਖਾਂ, ਜੋ ਗੁਰ ਸਿੱਖ ਲੈ ਮਨ ਜਿਣਤਿਆਂ। ਉਹਨਾਂ ਗੁਰਮੁਖਾਂ ਦੇ ਭਾਗ ਧਨ ਧਨ ਨੇ, ਜੋ ਗੁਰੂ ਚਰਨਾਂ ਵਿੱਚੋਂ ਗੁਰ ਸਿੱਖਿਆ, ਗੁਰੂ ਸ਼ਬਦ ਲੈ ਕਰਕੇ ਆਪਣਾ ਮਨ ਜਿੱਤ ਲੈਂਦੇ ਨੇ। ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ, ਜੋ ਗੁਰ ਚਰਣੀ ਸਿੱਖ ਪੜਤਿਆਂ। ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਦੇ, ਜਿਹੜੇ ਸਤਿਗੁਰ ਦੀ ਸ਼ਰਨ ਵਿੱਚ ਢਹਿ ਪੈਂਦੇ ਨੇ ਤੇ ਸਾਰਾ ਜੀਵਨ ਸਤਿਗੁਰ ਦੀ ਚਰਨਾਂ ਦਾ ਸੇਵਾ ਸਿਮਰਨ ਵਿੱਚ ਲਾ ਜਾਂਦੇ ਨੇ। ਤੇ ਅੱਜ ਉਹ ਅਵਸਥਾ ਭਾਈ ਮਰਦਾਨਾ ਜੀ ਨੇ ਪ੍ਰਾਪਤ ਕੀਤੀ ਹੈ। ਉਸੇ ਨੂੰ ਗੁਰਦੇਵ ਕਹਿੰਦੇ ਨੇ, ਧਨ ਧਨ ਸੋ ਗੁਰ ਸਿੱਖ ਕਹੀਏ, ਜੋ ਸਤਿਗੁਰ ਚਰਣੀ ਡਾਈ ਪਿਆ। ਉਹ ਗੁਰਸਿੱਖ ਜਿਹੜਾ ਸਤਿਗੁਰ ਦੇ ਚਰਨਾਂ ਵਿੱਚ ਜੁੜ ਗਿਆ ਏ, ਪੈ ਗਿਆ ਏ, ਢਹਿ ਗਿਆ ਏ, ਉਹ ਧਨ ਧਨ ਏ। ਧਨ ਧਨ ਸੋ ਗੁਰ ਸਿੱਖ ਕਹੀਏ, ਜੋ ਸਤਿਗੁਰ ਚਰਣੀ ਜਾਈ ਪਿਆ। ਧਨ ਧਨ ਸੋ ਗੁਰ ਸਿੱਖ ਕਹੀਏ, ਜਿਨ ਹਰ ਨਾਮਾ ਮੁਖ ਰਾਮ ਕਹਿਆ। ਧਨ ਧਨ ਸੋ ਗੁਰ ਸਿੱਖ ਕਹੀਏ, ਜਿਸ ਹਰ ਨਾਮ ਸੁਣੈ ਮਨ ਆਨੰਦ ਪਿਆ। ਧਨ ਧਨ ਸੋ ਗੁਰ ਸਿੱਖ ਕਹੀਏ, ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਤਿਸ ਗੁਰ ਸਿੱਖੋਂ ਸਦਾ ਨਮਸਕਾਰੀ, ਜੋ ਗੁਰ ਕੇ ਭਾਣੇ ਗੁਰ ਸਿੱਖ ਚੱਲਿਆ। ਐਸੇ ਗੁਰਸਿੱਖ ਨੂੰ ਸਦਾ ਨਮਸਕਾਰ, ਜੋ ਗੁਰੂ ਦੇ ਭਾਣੇ ਵਿੱਚ ਸਦਾ ਹੀ ਚੱਲਿਆ ਹੈ। ਸਾਰਾ ਜੀਵਨ ਭਾਈ ਮਰਦਾਨਾ ਜੀ ਲੇਖੇ ਵਿੱਚ ਲਾ ਕੇ ਗਏ। ਤੇ ਸਾਧ ਸੰਗਤ ਜੀ ਸਾਹਿਬ ਦੇ ਬਚਨ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਤੇ ਆ ਗਏ। ਉਦਮ ਕਰੈ ਭਲ ਕੀ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰ ਨਾਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਦੋਖ ਪਾਪ ਲੈ ਡਾਵੈ। ਫਿਰ ਚੜੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਜਿਸਨੋਂ ਦਿਆਲ ਹੋਈ ਮੇਰਾ ਸਤਿਗੁਰ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ।
ਜੋ ਸਾਸ ਗਰਾਸ ਧਿਆਈ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੇ, ਜੋ ਆਪ ਜਪੈ ਅਵਰੈ ਨਾਮ। ਇਸੇ ਲਈ ਸਾਧ ਸੰਗਤ ਜੀ ਪਾਵਨ ਬਚਨ ਹਨ। ਗੁਰਬਾਣੀ ਤਿੰਨਾਂ ਗੁਰਸਿੱਖਾਂ ਪਿਛਲ ਰਾਤੀ ਉੱਠ ਬਹੰਦੀ, ਗੁਰਬਾਣੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰ ਨਿਭਾਉਂਦੀ, ਗੁਰਬਾਣੀ ਤਿੰਨਾਂ ਗੁਰਸਿੱਖਾਂ ਹੋਈ ਇੱਕ ਮਨ ਗੁਰ ਜਾਪ ਜਪੰਦੀ, ਗੁਰਬਾਣੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਚੱਲ ਜਾਏ ਜੁੜੰਦੀ, ਗੁਰਬਾਣੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿਤ ਗਾਈ ਸੁਣੰਦੀ, ਗੁਰਬਾਣੀ ਤਿੰਨਾਂ ਗੁਰਸਿੱਖਾਂ ਭਾਈ ਭਗਤ ਗੁਰਪੁਰਬ ਕਰੰਦੀ, ਗੁਰਬਾਣੀ ਤਿੰਨਾਂ ਗੁਰਸਿੱਖਾਂ ਗੁਰ ਸੇਵਾ ਫਲ ਸਫਲ ਸੇਵਾ ਕਰਕੇ, ਜਿਨ੍ਹਾਂ ਦੇ ਗੁਰੂ ਦੇ ਬਚਨ ਵੀ ਭਾਈ ਮਰਦਾਨਿਆ ਤੂੰ ਸਾਡੇ ਨਾਲ ਚੱਲਣਾ ਹੈ। ਪਹਿਲਾ ਬਚਨ ਹੈ ਜ਼ਿੰਦਗੀ ਦੇ ਅੰਦਰ ਕੇਸ ਨੇ ਕਟਾਉਣੇ, ਦੂਜਾ ਬਚਨ ਅੰਮ੍ਰਿਤ ਵੇਲੇ ਉੱਠ ਕੇ ਸਤਨਾਮ ਦਾ ਜਾਪ ਕਰਨਾ ਹੈ, ਤੀਜਾ ਬਚਨ ਆਏ ਗਏ ਸਾਧੂਆਂ ਦੀ ਸੇਵਾ ਕਰਨੀ। ਸਾਰਾ ਜੀਵਨ ਗੁਰੂ ਦੇ ਹੁਕਮ ਅਨੁਸਾਰ ਸਫਲ ਕਰਕੇ ਸਾਧ ਸੰਗਤ ਦੀ ਜਾ ਕੋ ਮਿਹਰ ਮਿਹਰ ਮਿਹਰਬਾਨਾ, ਸੋਈ ਮਰਦ ਮਰਦ ਮਰਦਾਨਾ। ਭਾਈ ਮਰਦਾਨਾ ਸਾਧ ਸੰਗਤ ਜੋ ਜਲ ਮੈਂ ਜਲ ਆਏ ਕਟਾਨਾ, ਤਿਉ ਜੋਤੀ ਸਨ ਜੋ ਸਮਾਨਾ। ਐਸੀ ਅਵਸਥਾ ਪ੍ਰਾਪਤ ਕਰਕੇ ਸਹਿਬ ਅਕਾਲ ਪੁਰਖ ਪਰਮਪਿਤਾ ਪ੍ਰਭੂ ਦੇ ਚਰਨਾਂ ਵਿੱਚ ਲੀਨ ਹੋ। ਖਿਮਾ ਅੱਜ ਕਰੋਨਾ ਮਹਾਮਾਰੀ ਫੈਲੀ ਹੈ, ਵਿਸ਼ਵ ਦੀ ਸਾਧ ਸੰਗਤ ਦੀ ਸਾਰੀਆਂ ਸੰਗਤਾਂ ਕਰੋ ਅਰਦਾਸ, ਜਗ ਜਲੰਦਾ ਰੱਖ ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਭਰੈ ਤਿੱਤਾ ਲਹਿ ਉਭਾਰ। ਸਹਿਬ ਗੁਰਦਾਸ ਮਹਾਰਾਜ ਦੇ ਬਚਨ, ਦੁਖੀਆ ਦਰਦ ਬੰਦ ਦਰ ਆਇਆ, ਬਹੁਤ ਪਿਆਸ ਜਵਾਬ ਨਾ ਪਾਇਆ। ਕਹਿ ਰਵਿਦਾਸ ਸਰਣ ਪ੍ਰਭ ਤੇਰੀ, ਜਿਉ ਜਾਨੋ ਤਿਉ ਕਰ ਗਤ ਮੇਰੀ। ਜਿਵੇਂ ਵੀ ਤੈਨੂੰ ਭਾਵੇ ਤਿਉਂ ਹੀ ਇਸ ਸੰਸਾਰ ਦੀ ਸ਼ਾਂਤੀ, ਸੁੱਖਾਂ ਦਾ ਪੈਦਾ, ਦੁੱਖਾਂ ਦਾ ਨਾਸ਼, ਪੁੰਨਾਂ ਭੁੱਲਾਂ ਦੀ ਖਿਮਾ। ਜੈ ਗੁਰਦੇਵ, ਧੰਨ ਗੁਰਦੇਵ, ਜੈ ਸਤਿਗੁਰੂ ਰਵਿਦਾਸ ਜੀ, ਧੰਨ ਸਤਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ